ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਪੰਜਾਬ ਦੀ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਜਿਸ ਤਰ੍ਹਾਂ ਕਿ ਅਸੀਂ ਆਏ ਦਿਨ ਨੋਵਲ ਕਰੋਨਾ ਦੇ ਮੁੱਦੇ ਤੇ ਗੱਲਬਾਤ ਕਰਦੇ ਹਾਂ, ਅੱਜ ਵੀ ਅਸੀਂ ਇਸੇ ਮੁੱਦੇ ਤੇ ਹੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿਹੜੇ-ਕਿਹੜੇ ਦੇਸ਼ ਦੇ ਵਿੱਚ ਕਿੱਥੇ-ਕਿੱਥੇ ਕੀ ਇਹਦੀ ਹੈਗੀ ਸਥਿਤੀ। ਆਓ ਅੱਜ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਮਨਪ੍ਰੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ ਤੇ ਹਾਰਦਿਕ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ। ਹਾਂਜੀ ਮਨਪ੍ਰੀਤ ਸਿੰਘ ਜੀ, ਨੋਵਲ ਕਰੋਨਾ ਦੀ ਜੋ ਅੱਜ ਚੱਲ ਰਹੀ ਸਥਿਤੀ, ਅਸੀਂ ਤੁਹਾਡੇ ਤੋਂ ਜਾਣਾਂਗੇ ਕਿ ਕਿਹੜੇ-ਕਿਹੜੇ ਦੇਸ਼ ਦੇ ਵਿੱਚ ਕਿੱਥੇ ਜ਼ਿਆਦਾ ਇਹਦਾ ਹੈਗਾ ਜਿਹੜਾ ਪ੍ਰਭਾਵ ਪਿਆ ਕਰੋਨਾ ਵਾਇਰਸ ਦਾ ਜਿਹੜਾ ਹੈਗਾ, ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਸਾਡੇ ਦਰਸ਼ਕਾਂ ਨੂੰ ਵੀ ਅੱਜ ਜਿਹੜੀ ਸਥਿਤੀ ਕਿੱਥੇ ਜ਼ਿਆਦਾ ਹੈ। ਰਾਜੀ ਸਥਿਤੀ ਤੇ ਆਪਾਂ ਗੱਲ ਕਰਦੇ ਹਾਂ, ਕੋਈ ਗੱਲ ਨਹੀਂ। ਇਹਦੇ ਨਾਲ ਹੋਰ ਕਈ ਜਗ੍ਹਾ ਤੇ ਨਾ ਕਾਫੀ ਕੁਝ ਘਟਨਾਵਾਂ ਹੋ ਰਹੀਆਂ ਨੇ ਅਜੀਬੋ-ਗਰੀਬ। ਹਾਂਜੀ ਹਾਂਜੀ, ਪਹਿਲਾਂ ਇੱਕ ਦੋ ਆਪਾਂ ਉਹਦੇ ਬਾਰੇ ਕਰ ਲਈਏ ਤਾਂ ਕਿ ਥੋੜਾ ਜਿਹਾ ਲੋਕਾਂ ਦਾ ਮੂਡ ਆ ਖਰਾਬ ਹੋਇਆ ਵਾ ਕਾਫੀ ਜ਼ਿਆਦਾ, ਉਹ ਠੀਕ ਹੋ ਜਾਏ। ਜੀ ਜੀ, ਥੋੜਾ ਫਰਕ ਪੈ ਜਾਏ। ਜੀ ਜੀ ਜੀ, ਬਿਲਕੁਲ ਜੀ। ਤੇ ਮੇਰੇ ਕੋਲ ਦੋ ਖਬਰਾਂ ਨੇ, ਮੈਂ ਦੇਖ ਰਿਹਾ ਸੀਗਾ। ਹਾਂਜੀ ਹਾਂਜੀ, ਇੱਕ ਤਾਂ ਮੋਗੇ ਦੀ ਹੈ, ਹਾਂਜੀ ਹਾਂਜੀ, ਇੱਕ ਰੋਹਤਕ ਦੀ ਹੈ। ਰੋਹਤਕ ਦੀ, ਠੀਕ ਹੈ ਸਰ। ਤੁਸੀਂ ਮੋਗੇ ਦੀ ਦੱਸੋ। ਤੁਹਾਨੂੰ ਮੋਗੇ ਵਾਲੀ ਸਰ ਮੈਨੂੰ ਵੀ ਅੱਜ ਪਤਾ ਲੱਗਾ ਸਵੇਰੇ ਸਵੇਰੇ ਕਿ ਕੋਈ ਲੜਕਾ ਸੀਗਾ, ਪਹਿਲਾਂ ਕਿਸੇ ਹੋਰ ਲੜਕੀ ਨਾਲ ਵਿਆਹ ਕਰਾਉਣ ਦਾ ਉਹਨੇ ਲਾਰਾ ਵੀ ਲਾਇਆ ਸੀਗਾ ਤੇ ਉਸ ਪੱਕਾ ਵੀ ਹੋ ਗਿਆ ਸੀਗਾ, ਪੱਕਾ ਵੀ ਹੋ ਗਿਆ, ਦੋ ਵਾਰ ਡੇਟ ਚੇਂਜ ਹੋਈ, ਦੋ ਵਾਰ ਡੇਟ ਚੇਂਜ ਵੀ ਕੀਤੀ ਗਈ ਸੀ। ਵਿਆਹ ਦਾ ਘਰਦਿਆਂ ਨੂੰ ਕਿਤੇ ਨਾ ਕਿਤੇ ਲਾਰਾ ਵੀ ਲਾ ਰਿਹਾ ਸੀ ਕਿ ਨਹੀਂ ਮੈਂ ਹਜੇ ਰੁਕ ਕੇ ਕਰਾਉਂਗਾ, ਲੇਕਿਨ ਲਾਕਡਾਊਨ ਕਰਕੇ ਹੋਇਆ ਕਿ ਅੱਜ ਇਹ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਕੁਝ ਹਾਸੇ ਵਾਲੀ ਵੀ ਗੱਲ ਹੈ। ਤੁਹਾਡਾ ਜਿਹੜਾ ਹੈਗਾ ਮੂਡ ਚੇਂਜ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਦੱਸ ਦਈਏ ਕਿ ਲਾੜਾ ਕਿਸੇ ਹੋਰ ਲੜਕੀ ਨੂੰ ਵਿਆਹ ਦੇ ਝਾਂਸੇ ਦੇ ਵਿੱਚ ਰੱਖ ਕੇ ਅੱਜ ਕਿਸੇ ਹੋਰ ਥਾਂ ਕੋਟਪੂਰੇ ਲੜਕੀ ਨੂੰ ਵਿਆਹਣ ਜਾ ਰਿਹਾ ਸੀ। ਕੁਦਰਤੀ ਗੱਡੀ ਇਹਦੀ ਖਰਾਬ ਹੋਈ ਹੈ, ਗੱਡੀ ਉੱਥੇ ਖਰਾਬ ਹੋਈ। ਅਚਾਨਕ ਉਹਦੀ ਗੱਡੀ ਖਰਾਬ ਹੋਣ ਕਾਰਨ ਉਹ ਲੜਕੇ ਨੂੰ ਵੀ ਉੱਥੇ ਰੁਕਣਾ ਪਿਆ, ਜਿਸ ਦਾ ਕਰਕੇ ਉਹ ਦੇਖੋ ਕਿਸਮਤ। ਮਨਪ੍ਰੀਤ ਜੀ, ਇਹਦੇ ਬਾਰੇ ਤੁਸੀਂ ਵਿਸਤਾਰ ਚ ਦੱਸੋ ਕਿ ਗੱਡੀ ਕਿਸ ਤਰ੍ਹਾਂ ਖਰਾਬ ਹੋਈ, ਕਿੱਥੇ ਖਰਾਬ ਹੋਈ। ਜਿੱਥੇ ਉਹ ਲੜਕੇ ਕੰਮ ਕਰਦੀ ਸੀ ਜੀ, ਠੀਕ ਹੈ, ਉਹਦੇ ਸਾਹਮਣੇ ਰੋਡ ਤੇ ਹੀ ਗੱਡੀ ਖਰਾਬ ਹੋ ਬਿਲਕੁਲ ਜੀ। ਗੱਡੀ ਖਰਾਬ ਹੋ ਗਈ, ਰੌਲਾ ਪਾਉਣਾ ਸ਼ੁਰੂ ਕਰਤਾ ਕਿ ਜਲਦੀ ਕਰੋ ਜਲਦੀ ਕਰੋ। ਜਲਦੀ ਬਾਹਰ ਆਈ, ਉਹਨੇ ਦੇਖਿਆ ਕਿ ਲੱਗਦਾ ਤਾਂ ਹੋ ਗਈ ਆ। ਅੱਛਾ ਜੀ। ਫਿਰ ਕਹਿੰਦੇ ਚੰਗਾ ਮੁੰਦਰੀਆਂ ਪਾਈਆਂ ਪਹਿਲਾਂ ਤਾਂ ਸੁਣਿਆ ਵੀ ਭੰਨ ਤੋੜ ਵੀ ਖੰਭ ਟੁੱਟ ਵੀ ਹੋਈ ਹੈ ਕਾਫੀ ਮੁੰਡੇ ਦੇ ਨਾਲ। ਫੁੱਲ ਪੱਟੇ, ਹਾਂਜੀ, ਗੱਡੀ ਦੇ ਫੁੱਲ ਪੱਟੇ। ਅੱਛਾ, ਗੱਡੀ ਦੇ ਫੁੱਲ ਪੱਟੇ ਗਏ। ਦੇਖੋ ਦਰਸ਼ਕੋ, ਕਿੰਨੀ ਮੰਦਭਾਗੀ ਘਟਨਾ ਵਾਪਰੀ ਉਹ ਮੁੰਡੇ ਦੇ ਨਾਲ, ਲਾੜੇ ਦੇ ਨਾਲ। ਕਿਤੇ ਨਾ ਕਿਤੇ ਇੱਕ ਚੰਗੀ ਗੱਲ ਵੀ ਕਹਿ ਸਕਦੇ ਹਾਂ, ਕਿਉਂਕਿ ਪਰ ਬਾਅਦ ਵਿੱਚ ਨਾ ਹਾਂਜੀ ਐਕਚੁਅਲੀ ਇਹ ਗੱਲ ਥਾਣੇ ਚਲੀ ਗਈ ਸੀ ਜੀ। ਥਾਣੇ ਦੇ ਵਿੱਚ ਫਿਰ ਉਸੇ ਕੁੜੀ ਨਾਲ ਵਿਆਹ ਹੋਇਆ ਜਿਹੜੀ ਕੁੜੀ ਨੇ ਪਹਿਲਾਂ ਭੰਨ ਤੋੜ ਕੀਤੀ ਸੀ, ਜਿਹੜੀ ਕੁੜੀ ਨੂੰ ਮਤਲਬ ਕਿ ਲਾੜੇ ਦੇ ਵਿੱਚ ਰੱਖਿਆ ਹੋਇਆ ਸੀ, ਉਹਦਾ ਵਿਆਹ ਹੋਇਆ। ਅੱਛਾ ਤੇ ਜੀ। ਦੂਜੇ ਪਾਸੇ ਨਹੀਂ ਹਜੇ ਪਤਾ ਲੱਗਿਆ ਉਹਦੀ ਕੀ ਸਿਚੁਏਸ਼ਨ, ਉਹਨਾਂ ਨੇ ਕੋਈ ਕੇਸ ਵਗੈਰਾ ਕੀਤਾ ਕਿ ਨਹੀਂ ਕੀਤਾ, ਪਰ ਇੰਨਾ ਕਹਾ ਕਿ ਚਲੋ ਜੋ ਹੋਣਾ ਸੀ ਹੋ ਗਿਆ। ਉਹਨਾਂ ਦੀ ਕੁੜੀ ਵੀ ਬਚ ਗਈ, ਇਹਦਾ ਬਾਅਦ ਵਿੱਚ ਪ੍ਰੋਬਲਮ ਹੋ ਗਈ। ਬਿਲਕੁਲ ਸਰ, ਜਿੱਥੇ ਆਪਾਂ ਪਹਿਲਾਂ ਡਿਸਾਈਡ ਕੀਤਾ ਸੀ ਇਹਨਾਂ ਨੂੰ ਉੱਥੇ ਹੀ ਕਰਨਾ ਚਾਹੀਦਾ ਸੀ ਮੈਰਿਜ। ਲੜਕੇ ਵੱਲੋਂ ਵੀ ਕਿਤੇ ਨਾ ਕਿਤੇ ਗਲਤੀ ਕੀਤੀ ਜਾ ਰਹੀ ਸੀ। ਇਹ ਦੋ ਜਿਹੜੇ ਪਰਿਵਾਰ ਆ ਉਹਨਾਂ ਨੇ ਖਰਾਬ ਹੋਣਾ ਸੀ ਸਰ ਇਹਦੇ ਵਿੱਚ। ਬਹੁਤ ਵਧੀਆ, ਜੋ ਪ੍ਰਮਾਤਮਾ ਜੋ ਕਰਦਾ ਕਹਿੰਦੇ ਚੰਗਾ ਹੀ ਕਰਦਾ, ਵੈਸੇ ਮਾੜਾ ਕਿਸੇ ਦਾ ਨਹੀਂ ਕਰਦਾ। ਤੇ ਲੜਕੀ ਦੇ ਵੀ ਜੋ ਉਹਨੇ ਸੱਚਾ ਆਪਦੇ ਮਨੋਂ ਮੰਨਿਆ ਸੀ, ਉਹਨੇ ਆਪਦਾ ਜਿਹੜਾ ਸਹੀ ਜਿਹੜਾ ਹੈਗਾ ਮੁਕਾਮ ਜਿਹੜਾ ਹਾਸਲ ਕੀਤਾ ਇਹਦੇ ਵਿੱਚ। ਹਾਂਜੀ ਮਨਪ੍ਰੀਤ ਜੀ, ਦੂਜੀ ਖਬਰ ਦੀ ਗੱਲ ਕਰੀਏ ਤੇ ਇਹਦੇ ਬਾਰੇ ਤੁਸੀਂ ਦੱਸੋ। ਇਹ ਹਰਿਆਣੇ ਦੀ ਹੈ ਜੀ। ਜੀ, ਹਰਿਆਣੇ ਦਾ ਲੜਕਾ। ਹਾਂਜੀ ਹਾਂਜੀ। ਤੇ ਮੈਕਸੀਕੋ ਜੋ ਅਮਰੀਕਾ ਦੇ ਲਾਗੇ ਪੈਂਦਾ ਜੀ ਜੀ, ਉਹਦੀ ਲੜਕੀ ਹੈ। ਜੀ ਜੀ। ਰਾਤ ਦੇ 8 ਵਜੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਆਪਦਾ ਕੋਰਟ ਓਪਨ ਕਰਕੇ ਇਹਨਾਂ ਦੋਨਾਂ ਦਾ ਵਿਆਹ ਕੀਤਾ ਜੀ। ਤੇ ਅੱਜ ਕੱਲ੍ਹ ਵੈਸੇ ਲੋਕ ਕੰਨੀ ਕਰਾ ਰਹੇ ਕਿ ਬਾਹਰ ਨਹੀਂ ਆਣਾ, ਬਾਹਰ ਨਹੀਂ ਆਣਾ। ਇਹ ਲੜਕੀ ਆਈ ਸੀ ਲਾਕਡਾਊਨ ਤੋਂ ਪਹਿਲਾਂ ਸਿਰਫ ਵਿਆਹ ਕਰਾਉਣ ਲਈ, ਕੋਈ ਇੰਟਰਨੈਟ ਕੋਲ ਮਿਲੇ ਸੀ ਆਪਸ ਵਿੱਚ ਇਹ। ਜੀ ਜੀ। ਤੇ ਰੋਹਤਕ ਦੇ ਵਿੱਚ ਸੂਰਿਆ ਕਲੋਨੀ ਦਾ ਨਰਿੰਜਨ ਨਾਮ ਦਾ ਮੁੰਡਾ ਹੈ ਜੀ। ਠੀਕ ਹੈ, ਦੋਨਾਂ ਦੀ ਭਾਵਨਾ ਨੂੰ ਸਮਝਦਿਆਂ ਹੋਇਆ ਜੀ, ਜੋ ਡਿਸਟ੍ਰਿਕਟ ਮੈਜਿਸਟ੍ਰੇਟ ਸੀਗੇ ਉਹਨਾਂ ਨੇ ਕੀ ਕੀਤਾ, ਇਹਨਾਂ ਦੀ ਜੋ ਮੈਰਿਜ ਕਰਵਾਈ, ਕੋਰਟ ਮੈਰਿਜ ਕਰਵਾ ਜੀ ਜੀ। ਤੇ ਚਲੋ ਵਧੀਆ ਗੱਲ ਹੈ। ਇਹਦਾ ਹੋ ਗਿਆ ਇੱਕ, ਕਹਿੰਦੇ ਆ ਕਿ 2 ਸਾਲ ਤੋਂ ਇਹਨਾਂ ਦਾ ਫੇਰ ਚੱਲਦਾ ਸੀ। ਲੜਕੀ ਸਪੈਸ਼ਲੀ ਆਈ ਸੀ 12 ਫਰਵਰੀ ਨੂੰ ਆਈ ਸੀ ਜੀ। ਇੱਕ ਹਾਂਜੀ ਕੁਝ ਫਰਵਰੀ ਦੇ ਵਿੱਚ ਆਈ ਸੀਗੀ। ਲੜਕੀ ਦਾ ਨਾਮ ਹੈਗਾ ਡਾਨਾ ਜੀ। ਤੇ ਉਹ 17 ਚ ਮਿਲੇ ਸੀ ਇੱਕ ਦੂਜੇ ਨੂੰ। ਮਨਪ੍ਰੀਤ ਜੀ, ਤੁਹਾਡੇ ਕੋਲ ਜਾਣ ਕੇ ਇਹਦਾ ਲੜਕੀ ਉੱਧਰ ਦੀ ਸੀ, ਲੜਕੀ ਮੈਕਸੀਕੋ ਦੀ ਸੀ, ਪਰ ਇਹ ਸਪੈਨਿਸ਼ ਸਿੱਖਦੀ ਪਈ ਸੀ। ਓਕੇ। ਜੋ ਮੁੰਡਾ ਸੀ, ਮੁੰਡਾ ਵੀ ਸਪੈਨਿਸ਼ ਸਿੱਖਦਾ ਪਿਆ ਸੀ, ਆਨਲਾਈਨ ਕਲਾਸਿਸ ਲੈ ਰਿਹਾ ਸੀ ਜੀ। ਇਹਨੇ ਕਿ ਅੱਜ ਕੱਲ ਡੇਟਿੰਗ ਐਪਸ ਨਹੀਂ ਰਹਿੰਦੀਆਂ, ਅੱਜ ਕੱਲ ਹਰ ਇੱਕ ਚੀਜ਼ ਡੇਟਿੰਗ ਹੈ ਜੀ ਜੀ। ਬਿਲਕੁਲ ਜੀ ਬਿਲਕੁਲ। ਤੇ ਇਹਨੇ ਮੈਨੇਜਮੈਂਟ ਦਾ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਨਰਿੰਜਨ ਸਿੰਘ ਨੇ ਜੀ। ਤੇ
ਨਵੰਬਰ 18 ਦੇ ਵਿੱਚ ਇਹ ਯਾਤਰੀ ਦੇ ਤੌਰ ਤੇ ਆਈ ਸੀ ਲੜਕੀ ਜੀ। ਫਰਵਰੀ ਦੇ ਵਿੱਚ ਨਾਰਮਲ ਜੋ ਰਸਮਾਂ ਹੋਈਆਂ ਸੀ ਹੋ ਗਈਆਂ ਸੀ, ਜਨਮ ਦਿਨ ਤੇ ਵੈਸੇ ਕਰਦੀਆਂ ਨੇ ਇੰਗੇਜਮੈਂਟ ਵਗੈਰਾ। ਜੀ ਪਰ ਲੋਕਡਾਊਨ ਦੇ ਕਰਕੇ ਫਸ ਗਈ ਸੀ ਕਿਉਂਕਿ ਵੀਜ਼ਾ ਖਤਮ ਹੋਣ ਵਾਲਾ ਸੀਗਾ, ਜੀ। ਵਾਪਸ ਜਾਣਾ ਸੀਗਾ। ਤਾਂ ਜੋ ਡਿਸਟ੍ਰਿਕਟ ਮੈਜਿਸਟ੍ਰੇਟ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ, ਆਪਣੇ ਮੈਰਿਜ ਕਰਵਾ ਦਿੱਤੀ ਜੀ। ਚਲੋ ਬਹੁਤ ਵਧੀਆ ਗੱਲ ਆ ਜੀ। ਇੱਕ ਹੋਰ ਆ ਜੀ ਖਬਰ, ਇਹ ਥੋੜੀ ਅਜੀਬੋ-ਗਰੀਬ ਆ ਜੀ। ਇੱਕ ਲੜਕਾ ਆਇਆ ਅੰਮ੍ਰਿਤਸਰ ਦੇ ਲਾਗੇ ਜੰਡਿਆਲਾ ਗੁਰੂ ਪਿੰਡ ਵਿੱਚ ਜੀ। 19 ਮਾਰਚ ਨੂੰ ਲੜਕਾ ਇੱਥੇ ਆਉਂਦਾ ਜੀ। 26 ਮਾਰਚ ਨੂੰ ਟੈਸਟ ਹੁੰਦੇ ਆ ਜੀ। ਸਾਰੇ ਨੈਗੇਟਿਵ ਆਉਂਦੇ ਆ ਜੀ। ਕੋਰੋਨਾ ਵਾਇਰਸ ਦੇ ਸੁਣਨ ਵਾਲੀ ਹੈ ਜੀ। ਜਦੋਂ ਟੈਸਟ ਨਾਲ ਨੈਗੇਟਿਵ ਆਉਂਦੇ ਆ ਕੁਝ ਦਿਨਾਂ ਬਾਅਦ ਮੀਨਸ ਕਿ ਅਪ੍ਰੈਲ 7 ਤੱਕ ਦੀ ਗੱਲ ਉਹਨੂੰ ਕੋਈ ਲੱਛਣ ਹੋਣੇ ਸ਼ੁਰੂ ਹੋ ਜਾਂਦੇ ਆ ਜੀ। ਨਹੀਂ 12 ਕਦੇ ਬਾਹਰ ਠੀਕ ਪ੍ਰੋਬਲਮ ਸ਼ੁਰੂ ਹੁੰਦੀ ਆ ਟੈਸਟ ਪੋਜ਼ਿਟਿਵ ਆਉਣਾ ਨੈਗੇਟਿਵ ਆਉਣ ਤੋਂ ਬਾਅਦ ਟੈਸਟ ਪੋਜ਼ਿਟਿਵ ਆਇਆ ਬਾਅਦ ਦੇ ਵਿੱਚ ਪੋਜ਼ਿਟਿਵ ਆ ਜਾਂਦਾ। ਪੋਜ਼ਿਟਿਵ ਆਇਆ ਹਾਂਜੀ। ਜੀ। ਕੋਈ ਉਹਨਾਂ ਦੇ ਘਰ ਵਿੱਚ ਜੋ ਸਾਰਿਆਂ ਦਾ ਹੁਣ ਟੈਸਟ ਕੀਤੇ ਜਾ ਰਿਹਾ ਪੂਰਾ ਇਲਾਕਾ ਸੀਲ ਕੀਤਾ ਗਿਆ ਜੀ। ਕਿਉਂਕਿ ਉਹਨਾਂ ਦਾ ਕਹਿੰਦੇ ਆ ਕਿ ਦੁੱਧੀ ਦਾ ਵੀ ਕੰਮ ਆ, ਦੁੱਧ ਵਾਲੀ ਡੈਰੀ ਵੀ ਹੈ ਇੱਕ ਉਹਨਾਂ ਦੀ ਬਹੁਤ ਫਿਰ ਮੁਸ਼ਕਲ ਵਾਲੀ ਘੜੀ ਹੈ ਜਿਹੜੀ ਦੇਖੀ ਜਾਏਗੀ। ਹਜੇ ਟੈਸਟ ਦਿੱਤੇ ਹੋ ਦੇਖਦੇ ਉਹਨਾਂ ਦੀ ਕੀ ਰਿਪੋਰਟ ਹੈ, ਸ਼ਾਇਦ ਇੱਕ ਅੱਧੇ ਦਿਨ ਚ ਆ ਜੇ। ਜੀ। ਜੀ। ਜੀ ਮਨਪ੍ਰੀਤ ਜੀ, ਹੁਣ ਆਪਾਂ ਗੱਲ ਕਰੀਏ ਅੱਜ ਜਿਹੜੀ ਹੈਗੀ ਸਥਿਤੀ ਦੇਸ਼ ਦੀ ਕੀ ਹੈ, ਹੁਣ ਤੱਕ ਕਿੰਨੇ ਟੋਟਲ ਕੇਸ ਜਿਹੜੇ ਹੈਗੇ ਨੇ ਪੂਰੀ ਦੁਨੀਆ ਦੇ ਵਿੱਚ ਜੀ ਹੁਣ ਤੱਕ ਜੋ ਵਰਲਡੋਮੀਟਰ ਦੇ ਹਿਸਾਬ ਨਾਲ 2,84,723 ਕੇਸ ਹੁਣ ਤੱਕ ਆ ਚੁੱਕੇ ਕੋਰੋਨਾ ਵਾਇਰਸ ਦੇ ਜਿਹਦੇ ਵਿੱਚੋਂ 1,34,685 ਡੈਥ ਹੋ ਚੁੱਕੀ ਆ ਜੀ। ਰਿਕਵਰ ਹੋਇਆ 5,15,450 ਬੰਦੇ ਰਿਕਵਰ ਹੋ ਚੁੱਕੇ ਆ ਜੀ। ਬਹੁਤ ਰਿਕਵਰੀ ਵੀ ਇਹਦੇ ਵਿੱਚ ਵਧੀਆ ਦੇਖਿਆ ਜਾਵੇ ਤਾਂ ਜਿਹੜੇ ਐਕਟਿਵ ਕੇਸ ਨੇ ਹੁਣ ਤੱਕ ਜੀ। ਜੀ। ਉਹ ਨੇ 14,34,588 ਜੀ। ਇਹਦੇ ਵਿੱਚ ਜੋ ਨਾਰਮਲ ਕੰਡੀਸ਼ਨ ਜਿਹਨੂੰ ਆਪਾਂ ਕਹਿੰਦੇ ਨੇ ਜਿਹਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਲੱਗਦੀ ਪਈਗੀ ਜੀ। ਅਜੇ ਤੱਕ ਬਚਾਅ ਹੈਗਾ, ਆਈਸੀਯੂ ਦੇ ਵੈਂਟੀਲੇਟਰ ਨਹੀਂ ਹੈਗਾ, ਜੀ, ਉਹ ਜੀ। ਬੰਦੇ ਨੇ 13,83,450 ਜੀ। ਇੱਕ ਕ੍ਰਿਟੀਕਲ ਸਿਚੁਏਸ਼ਨ ਆ ਜਿਨ੍ਹਾਂ ਦੀ ਜਿਹੜੇ ਕਦੇ ਇੱਧਰ ਕਦੇ ਕੁਝ ਵੀ ਨਹੀਂ ਕਹਿ ਸਕਦੇ। ਜੀ। 51,138 ਹੈ ਜੀ। ਜਿਹੜੇ ਕਲੋਜ਼ ਕੇਸ ਆ ਜੇ ਹੁਣ ਤੱਕ ਬੰਦ ਹੋ ਚੁੱਕੇ ਕਿ ਜਿਹਦੇ ਜੀ। ਵਿੱਚੋਂ 5,15,450 ਤਾਂ ਰਿਕਵਰ ਹੋ ਚੁੱਕੇ ਆ ਜੀ। ਜੀ। ਤੇ 1,34,685 ਡੈਥ ਹੋ ਚੁੱਕੀ ਹੈ। ਜੀ। ਇਹਦੇ ਵਿੱਚ ਸਭ ਤੋਂ ਜ਼ਿਆਦਾ ਜੋ ਕੇਸ ਆ ਪੂਰੀ ਦੁਨੀਆ ਦੇ ਵਿੱਚ ਯੂਐਸਏ ਦੇ ਵਿੱਚ ਆ। ਯੂਐਸਏ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਨੇ। ਯੂਐਸਏ ਦਾ ਜੋ ਕੰਡੀਸ਼ਨ ਹੈਗੀ ਆ 6,44,338 ਕੇਸ ਆ ਚੁੱਕੇ ਨੇ। ਜੀ। ਡੈਥ ਹੋ ਚੁੱਕੀ ਆ 28,554 28,554 ਜਿਹੜੀ ਦੱਸ ਰਿਹਾ ਕਿ ਡੈਥ ਹੋ ਚੁੱਕੀ ਜੀ। 48,000 ਦੇ ਕਰੀਬ 49,50,000 ਦੇ ਕਰੀਬ ਰਿਕਵਰ ਹੋ ਰਹੇ ਨੇ ਲੋਕ। ਠੀਕ ਹੈ। ਤੇ ਇਹਦੇ ਵਿੱਚ ਅੱਗੇ ਆਪਾਂ ਦੇਖਦੇ ਹਾਂਜੀ ਦੇਸ਼ ਵਿੱਚ ਕਿੰਨੇ ਕੇਸ ਆ ਗਏ ਆ ਜੀ। ਜਿੰਨੇ ਆ ਗਏ ਜਿਵੇਂ ਇੰਡੀਆ ਚ ਆਪਾਂ ਕਹਿੰਦੇ ਕਿ 12,000 ਕੇਸ ਹੋ ਚੁੱਕੇ ਆ। ਬਿਲਕੁਲ। ਜਾਂ ਜਿਵੇਂ ਪਹਿਲਾਂ ਦੇਖਦੇ ਸੀ ਇਟਲੀ ਚ ਕਿੰਨੇ ਆ ਗਏ ਉੱਥੇ ਕਿੰਨੇ ਆ ਗਏ। ਜੀ। ਕੱਲੇ ਯੂਐਸਏ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਜੀ। 2,14,000 ਕੇਸ ਆ ਚੁੱਕੇ ਆ ਨਵੇਂ ਕੇਸ ਜਿਹੜੇ ਟੋਟਲ ਕੇਸ ਐਕਟਿਵ Total। ਇਹ ਸੋਚਣ ਵਾਲੀ ਗੱਲ ਹੈ ਕਿ ਦੂਜੇ ਨੰਬਰ ਤੇ ਸਪੇਨ ਹੈ। ਜੀ। ਸਪੇਨ ਵਿੱਚ ਯਾਨੀ ਕਿ ਇੱਕ ਦੇਸ਼ ਦੇ ਵਿੱਚ ਜੋ ਸੈਕਿੰਡ ਨੰਬਰ ਹੈ 1,80,000 ਜੀ। ਕੱਲੇ ਨਿਊਯਾਰਕ ਦੇ ਵਿੱਚ 2,14,648 ਕੇਸ ਆ 2,14,648 ਜਿਹੜੇ ਇਹਦੇ ਵਿੱਚ ਡੈਥ ਹੋ ਚੁੱਕੇ 11,586। ਇਹ ਸਪੇਨ ਦੀ ਜਿਹੜੇ ਤੁਸੀਂ ਦੱਸ ਰਹੇ ਬਹੁਤ ਸਥਿਤੀ ਖਰਾਬ ਆ, ਬਹੁਤ ਹੀ ਜ਼ਿਆਦਾ। ਸਪੇਨ ਦੀ ਨਹੀਂ ਨਿਊਯਾਰਕ ਦੀ। ਨਿਊਯਾਰਕ ਸਪੇਨ ਦੀ ਸਥਿਤੀ ਇਹ ਆ ਕਿ ਸਪੇਨ ਵਿੱਚ 18,812 ਕੇਸ ਆਏ ਨੇ ਟੋਟਲ। ਜੀ। ਪਰ ਇਹ ਗੱਲ ਹੈ ਉਹ ਕੰਟਰੀ ਦੀ ਗੱਲ ਹੈ ਕਿ ਦੇਖਦੇ ਜੇ ਸੋਚਦੇ ਨੇ ਕੰਟਰੀ ਦੀ ਆ ਹਾਂ ਜੀ ਅੱਜ ਦੇਸ਼ ਵਿੱਚ ਆ ਗਿਆ, ਦੇਸ਼ ਵਿੱਚ ਇੰਨੇ ਕੇਸ ਹੋ ਗਏ ਕਿੰਨੇ ਨਹੀਂ ਹੋ ਗਏ ਜਾਂ ਆਪਾਂ ਸਟੇਟ ਕਹਿੰਦੇ ਹੁੰਦੇ ਸੀਗੇ। ਲੇਕਿਨ ਨਿਊਯਾਰਕ ਕੱਲੇ ਨਿਊਯਾਰਕ ਦੇ ਵਿੱਚ ਨਿਊਯਾਰਕ ਜਿਹੜੇ ਉਹਦੇ ਵਿੱਚ ਇੰਨੇ ਕੇਸ ਹੈਗੇ ਕੇਸ ਸਭ ਤੋਂ ਜ਼ਿਆਦਾ ਕੇਸਸ ਨੇ ਸਭ ਤੋਂ ਜ਼ਿਆਦਾ ਜਿੱਥੋਂ ਇਹ ਸ਼ੁਰੂ ਹੋਇਆ ਸੀ ਵੁਹਾਨ ਦੇ ਵਿੱਚ ਵੀ ਇੰਨੇ ਕੇਸ ਸੀ, ਜਿੱਥੋਂ ਇਹ ਸ਼ੁਰੂ ਹੋਇਆ ਸੀ ਉੱਥੇ ਵੀ ਘੱਟ ਸੀ ਜੋ ਸ਼ਹਿਰ ਸੀ ਨਾ ਚਾਈਨਾ ਦਾ। ਜੀ। ਆਈ ਥਿੰਕ 82,000 ਦੇ ਕਰੀਬ। ਮਤਲਬ ਜੀ ਇੱਥੇ ਇੱਕ ਤੁਹਾਨੂੰ ਗੱਲ ਪੁੱਛੀ ਕਿ ਉੱਥੋਂ ਜਿਹੜੇ ਹੈਗੇ ਆ ਪ੍ਰਧਾਨ ਮੰਤਰੀ ਉਹਨਾਂ ਨੇ ਕੀ ਲਾਕਡਾਊਨ ਨਹੀਂ ਕੀਤਾ ਹੋਇਆ? ਮੈਂ ਹੁਣ ਵੀ ਦੇਖਿਆ ਕਿ ਲਾਕਡਾਊਨ ਉਹਨਾਂ ਨੇ ਜਿਹੜਾ ਹੈਗਾ ਕੋਈ ਫੈਸਲਾ ਹਜੇ ਲਿਆ ਨਹੀਂ, ਕੋਈ ਮੀਟਿੰਗ ਨਹੀਂ। ਐਕਚੁਅਲੀ ਜੀ ਸਮਝ ਨਹੀਂ ਆ ਰਹੀ ਉਹਨਾਂ ਸਲਾਹਕਾਰ ਵੀ ਬਹੁਤ ਵਾਰ ਕਹਿ ਚੁੱਕੇ ਨੇ ਐਕਚੁਅਲੀ ਉਹਨਾਂ ਦੇ ਖਿਲਾਫ ਜੇ ਕੋਈ ਬੰਦਾ ਬੋਲਦਾ ਸਸਪੈਂਡ ਹੈ। ਕੁਝ ਦਿਨ ਪਹਿਲਾਂ ਦੀ ਗੱਲ ਆ ਜੀ ਇੱਕ ਸ਼ਿਪ ਹੈ, ਸ਼ਿਪ ਦੇ ਵਿੱਚ ਮੇਜਰ ਜੋ ਹੁੰਦਾ ਹੈਗਾ ਉਹਨੇ ਆ ਕੇ ਉਹਨੂੰ ਕਿਹਾ ਕਿ ਮੇਰਾ ਜੋ ਜਹਾਜ਼ ਉਹਦੇ ਵਿੱਚ ਇੰਨੇ ਬੰਦੇ ਨੇ ਤੇ ਸਾਰੇ ਵਿੱਚੋਂ ਕੋਰੋਨਾ ਪੋਜ਼ਿਟਿਵ ਹੋ ਚੁੱਕੇ ਨੇ ਜੀ ਤੇ ਦੱਸੋ ਕੀ ਕੀਤਾ ਜਾਵੇ। ਜੀ। ਅਗਲੇ ਨੂੰ ਲੈਟਰ ਆ ਗਈ ਤੁਸੀਂ ਘਰੇ ਵੀ ਤੁਹਾਨੂੰ ਸਲਾਮ ਦੇ ਸਾਹਮਣੇ ਲੋਕ ਨੇ। ਇਹਦੇ ਵਿੱਚ ਕੀ ਦੇਖਿਆ ਜਾਵੇ ਮਨਪ੍ਰੀਤ ਜੀ, ਇਹ ਕਿਉਂ ਹੋ ਰਿਹਾ? ਪ੍ਰਧਾਨ ਮੰਤਰੀ ਕਿਉਂਕਿ ਉਹ ਦੇਸ਼ ਦੀ ਉਹ ਇੱਕ ਜ਼ਿੰਮੇਵਾਰੀ ਉਹਨਾਂ ਦਾ ਇੱਕ ਕੰਮ ਹੁੰਦਾ ਟਵੀਟ ਕਰਨਾ, ਬਸ ਉਹ ਸਵੇਰੇ ਟਵੀਟ ਕਰਦੇ ਆ
ਜੀ ਔਰ ਤੇ ਸਾਰ ਪਤਾ ਨਹੀਂ ਕੀ ਮਨ ਚ ਆਉਂਦਾ, ਜੋ ਮਨ ਚ ਆਏ ਉਹ ਟਵੀਟ ਕਰ ਦੇਣਗੇ, ਕਦੇ ਚਾਈਨਾ ਨੂੰ ਖਿੱਚ ਲੈਂਦੇ ਆ। ਜੀ ਹੁਣ ਕੱਲ ਪਰਸੋਂ ਦਾ ਪਤਾ ਲੱਗਿਆ ਕਿ ਉਹਨਾਂ ਨੇ WHO ਦੀ ਜੋ ਫੰਡਿੰਗ ਉਹ ਬੰਦ ਕਰਤੀ ਆ। ਅੱਛਾ ਜੀ ਕਦੇ ਕਿਸੇ ਨੂੰ ਕਹਿੰਦੇ, ਕਦੇ ਧਮਕੀ ਦੇ ਦਿੰਦੇ, ਕਦੇ ਭਾਰਤ ਨੂੰ ਕਹਿੰਦੇ ਕਿ ਦਵਾਈਆਂ ਭੇਜਣੇ ਦੇ ਕਰਾਂਗੇ, ਕਦੇ ਕਿਸੇ ਨੂੰ, ਬਸ ਯਾਨੀ ਕਿ ਉਹਦਾ ਦਾ ਕੋਈ ਧਿਆਨ ਹੈ ਹੀ ਨਹੀਂ ਬਿਮਾਰੀ ਵਾਲੇ ਪਾਸੇ। ਦਿਨ ਬੈ ਦਿਨ ਸਥਿਤੀ ਜਿਹੜੀ ਡਾਊਨ ਹੁੰਦੀ ਜਾ ਰਹੀ ਹੈ। ਇਸੇ ਦੀ ਗੱਲ ਕਰੀਏ ਤਾਂ ਜਿਹੜੇ ਸਭ ਤੋਂ ਜ਼ਿਆਦਾ ਕੇਸ ਜਿਹੜੇ ਇਸ ਟਾਈਮ ਹੈਗੇ ਆ, ਇੱਕ ਸਿਟੀ ਦੇ ਵਿੱਚ 800 ਲਾਸ਼ਾਂ ਘਰਾਂ ਦੇ ਵਿੱਚੋਂ ਬਰਾਮਦ ਹੋਈਆਂ ਜੀ। ਬਹੁਤ ਜਿਹੜੇ 800 ਲਾਸ਼ਾਂ ਜੋ ਡਾਕਟਰ ਸੀ ਨਾ ਜੋ ਜੀ ਡੈਡ ਬੋਡੀ ਸੀ, 800 ਲਾਸ਼ ਹੋਈਆਂ, ਰਿਕਵਰੀ ਹੋਈ ਹੈ ਘਰਾਂ ਦੇ ਵਿੱਚ ਜੀ, ਜੋ ਲੋਕਾਂ ਨੇ ਬਿਨਾਂ ਦੱਸੇ ਘਰਾਂ 'ਚ ਰੱਖੀਆਂ ਹੋਈਆਂ ਸੀ ਜੀ। ਸੋਚ ਕੇ ਦੇਖੋ ਇੱਕ ਦੇਸ਼ ਦਾ ਜਿਹੜਾ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਂ ਤੇ ਉਹ ਪੂਰੀ ਦੁਨੀਆ ਦਾ ਇਹ ਹੋਲ ਰੱਖਿਆ ਕਿ ਸੁਪਰ ਪਾਵਰ ਕਹਿ ਰਹੇ ਆ, ਸੁਪਰ ਪਾਵਰ ਜੀ, ਕਿਉਂਕਿ ਬਾਕੀ ਜੇ ਕੋਈ ਵੀ ਦੇਸ਼ ਆ ਨਾ ਉਹਨੂੰ ਦੇਖ ਕੇ ਚੱਲਦਾ। ਦੇਖੋ ਪਰ ਇਹਦੇ ਵਿੱਚ ਕੀ ਮੰਨਿਆ ਜਾਵੇ, ਜਿਹੜੇ ਆਪਣੇ ਪ੍ਰਧਾਨ ਮੰਤਰੀ ਕਿਉਂ ਨਹੀਂ ਲੋਕਡਾਊਨ ਕਰ ਰਹੇ, ਇਹਦੇ ਵਿੱਚ ਕੀ ਬਣ ਸਕਦੇ ਆ ਵੀ ਉਹਨਾਂ ਨੂੰ ਕੁਝ ਨਹੀਂ ਸਮਝ ਆ ਰਹੀ ਜੀ। ਉਹਨਾਂ ਦੇ ਸਲਾਹਕਾਰ ਖੁਦ ਕਹਿ ਰਹੇ ਆ ਕਿ ਲਾਕਡਾਊਨ ਜਿੰਨੀ ਦੇਰੀ ਕਿਉਂ ਹੋ ਗੱਲ ਮੈਨੂੰ ਲੱਗਦਾ ਵੀ ਕਹਿ ਰਹੇ ਸੀ ਕਿ ਮੀਟਿੰਗ ਬੁਲਾਈ ਉਹਨਾਂ ਨੇ, ਉਹਦੇ ਵਿੱਚ ਉਹ ਸਲਾਹਕਾਰਾਂ ਤੋਂ ਡਿਸਕਸ ਕਰ ਰਹੇ ਆ ਕਿ ਮੀਟਿੰਗ ਸੱਦੀ ਗਈ ਸੀ, ਉਹਦੇ ਵਿੱਚ ਦੇਖੋ ਲਾਕਡਾਊਨ ਦਾ ਉਹ ਜਿਹੜਾ ਹੈਗਾ ਫੈਸਲਾ ਲੈਂਦੇ ਆ ਕਿ ਨਹੀਂ ਲੈਂਦੇ, ਇਹਦੇ ਵਿੱਚ ਅਜੇ ਕੁਝ ਕਹਿ ਨਹੀਂ ਸਕਦੇ। ਕੋਈ ਨਹੀਂ ਪਤਾ ਜੀ, ਸਵੇਰੇ ਨਹੀਂ ਕੀਤਾ ਕੀ ਸ਼ੁਰੂਆਤ ਤੇ ਕੀ ਟਵੀਟ, ਇਹਦਾ ਸਵੇਰੇ ਟਵੀਟ ਦੇ ਵਿੱਚ ਹੀ ਪਤਾ ਲੱਗੇਗਾ ਕਿ ਉਹਨਾਂ ਨੇ ਕੀ ਫੈਸਲਾ ਲਿਆ ਜੀ। ਕੀ ਪਤਾ ਕਹਿ ਵੈਸੇ ਜਿਹੜੇ ਹਿਸਾਬ ਨਾਲ ਉੱਥੋਂ ਦੀ ਸਥਿਤੀ ਚੱਲ ਰਹੀ ਉਹਦੇ ਹਿਸਾਬ ਨਾਲ ਲਾਕਡਾਊਨ ਕਰ ਦਿੱਤਾ ਜਾਣਾ ਚਾਹੀਦਾ ਹੈ। ਲਾਕਡਾਊਨ ਜ਼ਰੂਰੀ ਹੈ ਜੀ, ਜ਼ਰੂਰੀ ਹੈ ਜੀ। ਆਪਣਾ ਕੰਮ ਟਿੱਪਣੀਆਂ ਕਰਨਾ ਬਿਲਕੁਲ ਜੀ। ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਪਰ ਕਰਦੇ ਹਾਂ, ਮੋਦੀ ਸਾਹਿਬ ਤੇ ਕਰਦੇ ਆ ਜਾਂ ਜੀ ਕੈਪਟਨ ਸਾਹਿਬ ਤੇ ਕਰਦੇ ਆ, ਪਰ ਇੰਡੀਆ ਦੇ ਵਿੱਚ ਸਥਿਤੀ ਹੈਗੀ ਹੈ ਜੋ ਹਜੇ ਤੱਕ ਦੇਖਿਆ ਜਾਵੇ ਤਾਂ ਕੰਟਰੋਲ ਵਿੱਚ ਹੈ। ਕੰਟਰੋਲ ਵਿੱਚ ਨਹੀਂ ਵਧੀਆ ਕੀਤਾ। ਜਿਹੜੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਲਾਕਡਾਊਨ ਪਹਿਲਾਂ ਕਰਕੇ ਜਿਹੜੀ ਬਹੁਤ ਵਧੀਆ ਜਿਹੜਾ ਹੈਗਾ ਉਹਨਾਂ ਨੇ ਫੈਸਲਾ ਲਿਆ। ਉਹਨਾਂ ਨੇ ਪਹਿਲਾਂ ਲਾਕਡਾਊਨ ਕਰਤਾ, ਚਾਹੇ ਕਿਸੇ ਨੂੰ ਠੀਕ ਨਾ ਲੱਗਾ ਹੋਵੇ, ਪਰ ਉਹਨਾਂ ਨੂੰ ਪਤਾ ਕਿ ਸਾਡੇ ਦੇਸ਼ ਦੇ ਵਿੱਚ ਕੀ ਸਹੀ ਹੋਣਾ ਤੇ ਕੀ ਗਲਤ ਹੋਣਾ, ਉਹਨਾਂ ਨੂੰ ਫਿਕਰ ਹੈ ਜੀ। ਕੱਲ ਇੰਡੀਅਨ ਗਵਰਨਮੈਂਟ ਕੋਲ ਹਦਾਇਤਾਂ ਆਈਆਂ ਨੇ ਜੀ, ਜੋ 65 ਸਾਲ ਤੋਂ ਉੱਪਰ ਬੰਦੇ ਆ ਜੀ, ਉਹਨਾਂ ਨੂੰ ਘਰੇ ਬੈਠ ਕੇ ਕੰਮ ਕਰਵਾਉਣਾ ਜੀ, ਸੀਨੀਅਰ ਸਿਟੀਜ਼ਨ ਨੇ ਜੋ ਘਰੇ ਬੈਠ ਕੇ ਕਰਨ। ਉਹਨਾਂ ਨੇ ਕੋਈ 3 ਜ਼ੋਨ ਚ ਵੰਡਿਆ ਗਿਆ ਹੈ, ਰੈੱਡ ਜ਼ੋਨ, ਔਰੇਂਜ ਜ਼ੋਨ ਅਤੇ ਗ੍ਰੀਨ ਜ਼ੋਨ। ਜੀ ਗ੍ਰੀਨ ਤਕਰੀਬਨ 180 ਪਲੱਸ ਜੋ ਡਿਸਟ੍ਰਿਕਟ ਨੇ ਜੋ ਰੈੱਡ ਜ਼ੋਨ ਚ ਆਏ, ਜਿਵੇਂ ਕਿ ਫਿਰੋਜ਼ਪੁਰ ਮੰਨਿਆ ਜਾਵੇ ਤਾਂ ਗ੍ਰੀਨ ਜ਼ੋਨ ਦੇ ਵਿੱਚ ਆ ਗਿਆ। ਹਾਂਜੀ, ਫਿਰੋਜ਼ਪੁਰ ਗ੍ਰੀਨ ਜ਼ੋਨ ਚ ਆ ਚੁੱਕਿਆ, ਬਠਿੰਡਾ ਗ੍ਰੀਨ ਜ਼ੋਨ ਚ, ਪੰਜਾਬ ਦੇ 4 ਡਿਸਟ੍ਰਿਕਟ ਆ ਜੋ ਗ੍ਰੀਨ ਜ਼ੋਨ ਚ, ਜਿੱਥੇ ਕੋਈ ਵੀ ਕੇਸ ਨਹੀਂ। ਔਰੇਂਜ ਜ਼ੋਨ ਵਿੱਚ ਵੀ ਕਾਫੀ ਆ ਰਹੇ ਨੇ ਆਪਣੇ ਜੀ। ਆਪਣੇ ਰੈੱਡ ਜ਼ੋਨ ਚ ਵੀ 4 ਜ਼ਿਲ੍ਹੇ ਨੇ, ਹਾਲੇ ਐਸਐਸ ਨਗਰ ਹਾਲੇ। ਤੇ ਕੱਲ ਦੀ ਗੱਲ ਕਰਕੇ ਨਹੀਂ ਸੌਰੀ ਅੱਜ ਦੀ ਗੱਲ ਕਰਕੇ ਤੇ ਇੱਕੋ ਪਰਿਵਾਰ ਦੇ ਪੰਜਾਬ ਦੀ ਗੱਲ ਆਏ, ਪੰਜਾਬ ਦੇ ਨਹੀਂ ਪੰਚਕੁਲਾ ਦੀ ਗੱਲ ਦੇ ਕੇਸ ਆ ਜੀ। ਕੱਲ ਉੱਥੇ ਟੋਟਲ ਕੇਸ ਸੀ 8। ਟੋਟਲ ਕੇਸ ਅੱਜ ਇਹ ਵੀ ਖਬਰ ਮਿਲੀ ਸੀ ਕਿ ਇੱਕੋ ਪਰਿਵਾਰ ਦੇ ਜਿਹੜੇ 9 ਕੇਸ ਹੈਗੇ ਪੋਜ਼ਿਟਿਵ ਆਏ ਜੀ, ਕਿ ਦੇਖੋ ਕਿੰਨੀ ਮੰਦਭਾਗੀ ਗੱਲ ਹੈ ਜੀ। ਹੁਣ ਆਪਾਂ ਇੱਥੇ ਦੇਖਦੇ ਹਾਂ ਹਾਂਜੀ, ਪੰਜਾਬ ਗਵਰਨਮੈਂਟ ਨੂੰ ਕੁਝ ਹੈ ਨੇ, ਕੁਝ ਜਿਵੇਂ ਸਟੇਟ ਨੇ, ਕੁਝ ਜ਼ਿਲ੍ਹੇ ਨੇ। ਇੱਕ ਤਾਂ ਕੇਰਲ ਸਭ ਤੋਂ ਜ਼ਿਆਦਾ ਬਿਮਾਰੀ ਫੈਲੀ ਤੇ ਸਭ ਤੋਂ ਜਲਦੀ ਉੱਥੇ ਕੰਟਰੋਲ ਹੋਇਆ ਜੀ। ਅੱਜ ਉੱਥੇ ਹਰੇਕ ਪਾਰਟੀ, ਕਾਂਗਰਸ, ਬੀਜੇਪੀ ਜਾਂ ਜੋ ਵੀ ਉੱਥੇ ਕਾਂਗਰਸ ਵਾਲੀ ਪਾਰਟੀ ਇਸ ਟਾਈਮ ਮੇਰੇ ਖਿਆਲ ਨਾਲ ਜੀ, ਠੀਕ ਹੈ, ਸਾਰੇ ਇੱਕੋ ਮਿਲਾਪ ਵਿੱਚ ਚੱਲਦੇ ਪਏ ਨੇ, ਇਕੱਠੇ ਹੋ ਕੇ ਚੱਲਦੇ ਪਏ ਨੇ ਜੀ। ਉਹਨਾਂ ਨੂੰ ਦੇਖ ਕੇ ਬਾਕੀ ਸਟੇਟਾਂ ਨੂੰ ਇਹ ਕਰਨਾ ਚਾਹੀਦਾ ਜੀ। ਉਹਨਾਂ ਤੋਂ ਕੋਈ ਨਾ ਕੋਈ ਸੈਕਲਾ ਜਿਹੜਾ ਅੱਜ ਸਾਨੂੰ ਰਾਜਨੀਤੀ ਤੋਂ ਪਰਾਂ ਹੋ ਕੇ ਜਿਹੜਾ ਲੋਕ ਪੂਰੇ ਰਾਜਸਥਾਨ ਦੇ ਵਿੱਚ ਬੁਰਾ ਹਾਲ ਆ। ਰਾਜਸਥਾਨ ਦਾ ਇੱਕ ਡਿਸਟ੍ਰਿਕਟ ਆ ਭੀਲਵਾੜਾ ਜੀ, ਉੱਥੋਂ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਜੋ ਡੀਐਮ ਸਾਹਿਬ ਨੇ, ਸੌਰੀ ਡਿਪਟੀ ਕਮਿਸ਼ਨਰ ਜੀ, ਉਹਨਾਂ ਨੇ ਇੰਨਾ ਵਧੀਆ ਪ੍ਰਬੰਧ ਕੀਤਾ, ਇੰਨਾ ਵਧੀਆ ਲਾਕਡਾਊਨ ਕੀਤਾ, ਉੱਥੇ ਉਹ ਕੇਸ ਤੋਂ ਕੋਈ ਕੇਸ ਹੀ ਨਹੀਂ ਆਇਆ। ਦੇਖੋ ਕਿੱਡੀ ਵਧੀਆ ਗੱਲ ਕੀਤੀ, ਘਰ ਜਾ ਕੇ ਸਕਰੀਨਿੰਗ ਕੀਤੀ। ਠੀਕ ਆ, ਪੰਜਾਬ ਦੇ ਵਿੱਚ ਆਪਾਂ ਕਹੀਏ ਤਾਂ ਪਤਲਾਵਾ ਪਿੰਡ ਆ, ਬਲਦੇਵ ਸਿੰਘ ਜੀ ਦੀ ਡੈਥ ਹੋਈ ਸੀ ਨਾ। ਜੀ, ਕਿੰਨੇ ਕੇਸ ਪੋਜ਼ਿਟਿਵ ਆਏ ਜੀ। ਉਸ ਤੋਂ ਬਾਅਦ ਉਹਨਾਂ ਨੇ ਦਿਖਾਤਾ, ਇੱਕ ਬਦਨਾਮ ਕਰ ਦਿੱਤਾ ਕਿ ਪਤਲਾਵੇ ਨੂੰ ਗੀਤਾ ਵਿੱਚ ਬਦਨਾਮ ਕੀਤਾ ਬਹੁਤ ਜਗ੍ਹਾ ਤੇ। ਬਿਲਕੁਲ ਜੀ, ਬਿਲਕੁਲ। ਅੱਜ ਦੀ ਸਥਿਤੀ ਇਹ ਆ ਕਿ ਉੱਥੇ ਜੋ ਜਿੰਨੇ ਸੀ ਬੰਦੇ, ਉਹਨਾਂ ਵਿੱਚੋਂ ਤਕਰੀਬਨ 70% ਠੀਕ ਹੋ ਚੁੱਕੇ ਨੇ। ਪਤਲਾਵਾ ਪਿੰਡ ਦਾ ਜੋ ਬਲਦੇਵ ਸਿੰਘ ਉਹਦੇ ਪੁੱਤਰ ਠੀਕ ਹੋ ਚੁੱਕੇ ਨੇ, ਠੀਕ ਹੋ ਚੁੱਕੀਆਂ, ਸਾਰੇ ਨੈਗੇਟਿਵ ਆ ਚੁੱਕੇ ਨੇ। ਉਹ ਇੱਕ ਸੇਧ ਦੇਣ ਵਾਲੇ ਆ ਕਿ ਸਾਡਾ ਸਿਹਤ ਕੰਮ ਕਰਦਾ ਪਿਆ ਜੀ, ਕੰਮ ਵਧੀਆ ਕਰਦਾ ਪਿਆ ਹੈਗਾ, ਪਰ ਕੋਈ ਜੋ ਲੋਕ ਆ ਜੋ ਆਪਦੇ ਆਪ ਨੂੰ ਨਹੀਂ ਸਮਝਦੇਗੇ, ਬਿਲਕੁਲ ਨਹੀਂ ਜਾਣਦੇ ਪਏਗੇ। ਠੀਕ ਹੈ, ਜੇ ਸਰਕਾਰ ਕੁਝ ਕਰਦੀ ਹੈ ਤਾਂ ਆਪਣੇ ਭਲੇ ਦੇ ਲਈ ਕਰਦੀ ਹੈ, ਉਹਦੇ ਲਈ ਆਪਾਂ ਨੂੰ ਸਰਕਾਰ ਦੀਆਂ ਹਦਾਇਤਾਂ ਮੰਨਣੀਆਂ ਚਾਹੀਦੀਆਂ, ਆਪਾਂ ਨੂੰ ਘਰਾਂ ਦੇ ਵਿੱਚ ਰਹਿਣਾ ਚਾਹੀਦਾ। ਸੋਸ਼ਲ ਡਿਸਟੈਂਸ ਦੀ ਵੀ ਆਪਾਂ ਨੂੰ ਬਹੁਤ ਜਿਹੜਾ ਹੈਗਾ ਸੋਸ਼ਲ ਡਿਸਟੈਂਸ ਆ ਜੋ ਸਭ ਤੋਂ ਜ਼ਰੂਰੀ ਹੈ। ਇਹ ਕਵਰੀ ਤਾਂ ਹੋ ਸਕਦਾ। ਇੱਕ ਗੱਲ ਹੋਰ ਮਨਪ੍ਰੀਤ ਜੀ, ਅੱਜ ਮੈਂ ਇੱਕ ਫੇਸਬੁੱਕ ਤੇ ਇੱਕ ਵੀਡੀਓ ਵੇਖੀ, ਛੋਟੇ ਬੱਚੇ ਉਹਨਾਂ ਨੇ ਕੀ ਕੀਤਾ,
ਲੋਕਾਂ ਨੂੰ ਇੱਕ ਜਾਣਕਾਰੀ ਦੇਣ ਦੇ ਲਈ ਵੀ ਕਿਸ ਤਰ੍ਹਾਂ ਕੋਰੋਨਾ ਵਾਇਰਸ ਤੋਂ ਬਚਾਅ ਹੋ ਸਕਦਾ, ਕਿਸ ਤਰ੍ਹਾਂ ਉਹ ਆਪਣਾ ਜਿਹੜਾ ਪ੍ਰਭਾਵ ਪਾ ਰਿਹਾ ਅੱਜ। ਉਹਨਾਂ ਨੇ ਕੀ ਕੀਤਾ, ਸਾਰੇ ਐਂ ਇੱਦਾਂ ਦਾ ਇੱਟਾਂ ਲਾ ਲਈਆਂ ਜੀ, ਛੋਟੀ ਛੋਟੀ ਇੱਟਾਂ ਜਿਹੜੀਆਂ ਹੁੰਦੀਆਂ ਉਹ ਇੱਟਾਂ ਐਂ ਚੱਲੀਆਂ। ਉਹਨਾਂ ਨੇ ਕੀ ਕੀਤਾ, ਛੋਟੇ ਛੋਟੇ ਬੱਚੇ ਦੇਖੋ, ਉਹ ਵੀਡੀਓ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲ ਹੀ ਜਾਣੀ ਜੀ, ਇੱਕ ਦਿਨ ਤੁਸੀਂ ਵੀ ਦੇਖ ਲਓਗੇ। ਉਹਨਾਂ ਨੇ ਕੀ ਕੀਤਾ, ਸਾਰੇ ਬੱਚੇ ਖੜਾ ਕੇ ਇੱਕ ਇੱਟ ਇੰਨਾ ਫਾਸਲਾ ਰੱਖ ਕੇ ਇੱਟਾਂ ਰੱਖਦੇ ਸਾਰੇ ਗੁਰਦੁਆਰੇ 'ਚ, ਇੱਕ ਇੱਟ ਸਿੱਟੀ, ਮੰਨ ਲਓ ਇਹ ਪੋਜ਼ਿਟਿਵ ਆ ਪਿੱਛੇ ਵਿਅਕਤੀ ਖੜੇ ਆ, ਉਹਨੇ ਕੀ ਇੱਕ ਇੱਟ ਸਿੱਟਦੀ, ਸਾਰੀਆਂ ਇੱਟਾਂ ਨਾਲ ਦੀ ਨਾਲ ਦੇ ਕੀਤੀਆਂ, ਠੀਕ ਹੈ ਜੀ। ਫਿਰ ਉਹਨਾਂ ਦੱਸਿਆ ਵੀ ਅਸੀਂ ਕਿਵੇਂ ਬਚਾਅ ਕਰ ਸਕਦੇ ਹਾਂ, ਉਹੀ ਇੱਟਾਂ ਫਿਰ ਖੜੀਆਂ ਕਰਦੀਆਂ ਜੀ। ਫਿਰ ਜਿਹੜੀ ਪਹਿਲੀ ਇੱਟ ਸੀ ਉਹਨੂੰ ਸਿੱਟਦਾ, ਵਿੱਚੋਂ ਇੱਕ ਇੱਟ ਚੱਕਦੀ, ਸੋਸ਼ਲ ਡਿਸਟੈਂਸ ਬਣਾਤਾ, ਉੱਥੇ ਸਟਾਪ ਲੱਗ ਗਿਆ। ਇਹ ਤਾਂ ਤੁਸੀਂ ਦੇਖੋ ਬਹੁਤ ਕਿੰਨੀ ਵਧੀਆ ਗੱਲ ਆ। ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਧੀਆ ਆ ਰਹੀ ਆ ਜੀ, ਇੱਕ ਬਿੱਲੀਆਂ ਕੁਝ ਉਹ ਜੋ ਹੁੰਦੇ ਆ ਚੂਹਿਆਂ ਵਾਲੇ ਕਰੱਕੇ, ਉਹਨਾਂ ਨੂੰ ਨਾਲ ਰੱਖਿਆ ਗਿਆ। ਹਾਂਜੀ ਹਾਂਜੀ, ਜਦੋਂ ਵਿੱਚ ਤੁਰ ਲੱਗ ਜਾਓ ਸਾਰੀਆਂ ਕਰੱਕਿਆਂ ਦਾ ਲੱਗ ਜਾਂਦੀਆਂ ਇੱਕ ਦੇ ਅੱਗੇ ਨਾਲ ਹੀ। ਉਸ ਤੋਂ ਬਾਅਦ ਉਹਨੇ ਕੀ ਕੀਤਾ, ਤਕਰੀਬਨ 1 ਫੁੱਟ ਦਾ ਫਾਸਲਾ ਵਿੱਚ ਦਿੱਤਾ ਉਹਦੇ ਜੀ। ਬਿੱਲੀ ਵੈਸੇ ਵਧੀਆ ਲੰਘਦੀ ਪਈ ਹੈ, ਕੋਈ ਕਰੱਕੇ ਨਹੀਂ ਕੁਛ ਨਹੀਂ। ਕਹਿਣ ਦਾ ਮਤਲਬ ਕਿ ਜੇ ਆਪਾਂ 3 ਫੁੱਟ ਦੀ ਦੂਰੀ, ਘੱਟੋ ਘੱਟ 3 ਫੁੱਟ ਦੀ ਦੂਰੀ ਜ਼ਰੂਰੀ ਹੈ, ਜ਼ਰੂਰੀ ਹੈ। ਸੋਸ਼ਲ ਡਿਸਟੈਂਸ ਬਹੁਤ ਜ਼ਰੂਰੀ ਹੈ, ਫਿਰ ਹੀ ਆਪਾਂ ਕਿਤੇ ਜਿਹੜੀ ਇਹਦੀ ਚੈਨ ਜਿਹੜੀ ਟੁੱਟ ਸਕਦੀ ਹੈ ਕੋਰੋਨਾ ਵਾਇਰਸ ਦੀ, ਅਦਰਵਾਈਜ਼ ਬਹੁਤ ਜਿਹੜਾ ਹੈਗਾ ਮੁਸ਼ਕਲ ਆਇਆ। ਹੁਣ ਆਪਾਂ ਗੱਲ ਕਰਦੇ ਹਾਂ ਜੀ ਅਗਲੀ, ਸਪੇਨ ਦੂਜੇ ਨੰਬਰ ਤੇ ਆ, ਇਟਲੀ ਤੀਜੇ ਨੰਬਰ ਤੇ ਆ। ਸਪੇਨ ਦੇ ਵਿੱਚ 1,80,659 ਕੇਸ ਆਏ ਨੇ, ਪੋਜ਼ਿਟਿਵ ਕੇਸ ਨੇ ਜੀ। 18,812 ਜੋ ਡੈਥ ਹੋ ਚੁੱਕੀਆਂ ਜੀ, ਤੇ ਰਿਕਵਰ ਹੋਏ ਨੇ 70,853 ਕੇਸ ਜੀ। ਤੇ ਇਟਲੀ ਦੇ ਵਿੱਚ 165 ਪੋਜ਼ਿਟਿਵ ਆਏ ਨੇ, 1,65,155 ਹਾਂਜੀ। 21,000 ਉੱਥੇ ਦੇ ਕੇ 22,000 ਦੇ ਡੈਥ ਹੋ ਚੁੱਕੀਆਂ ਜੀ। 38,000 ਜੋ ਕੇਸ ਨੇ ਜੀ ਉਹ ਰਿਕਵਰ ਹੋਏ ਨੇ ਹੁਣ ਤੱਕ ਜੀ। ਫਰਾਂਸ, ਉਸ ਤੋਂ ਬਾਅਦ ਜਰਮਨੀ ਆ, ਯੂਕੇ ਆ ਜੀ, ਚਾਈਨਾ ਉੱਥੇ ਫਿਰ ਚਾਈਨਾ 'ਚ ਹੁਣ ਕਹਿ ਰਹੇ ਆ ਕਿ ਕੁਝ ਕੇਸ ਦੁਬਾਰਾ ਆ ਰਹੇ ਨੇ। ਚਾਈਨਾ ਦੇ ਵਿੱਚ ਵੀ ਪਿਛਲੇ ਕੁਝ ਦਿਨਾਂ 'ਚ ਕੇਸ ਆ ਰਹੇ ਨੇ, 100 ਇੱਕ ਦਿਨ ਦਾ ਆ ਰਿਹਾ ਕੇਸ ਪੋਜ਼ਿਟਿਵ ਦੁਬਾਰਾ ਫਿਰ। ਹਾਂ, ਜਿਨ੍ਹਾਂ ਵਿੱਚੋਂ ਕਹਿ ਰਹੇ ਆ ਕਿ ਜਿਨ੍ਹਾਂ 'ਚ ਕੋਈ ਸਿੰਪਟਮ ਹੀ ਹੈ ਨਹੀਂਗੇ ਜੀ, ਲੱਛਣ ਹੀ ਹੈ ਨਹੀਂਗੇ ਕਿ ਹਾਂਜੀ ਉਹਨਾਂ ਕੋਰੋਨਾ ਵਾਇਰਸ, ਫਿਰ ਵੀ ਪੋਜ਼ਿਟਿਵ ਜਿਹੜੇ ਉਹ ਪੋਜ਼ਿਟਿਵ ਆ ਰਿਹਾ। ਰਸ਼ੀਆ ਤੋਂ ਆਏ ਸੀ ਕੁਝ ਬੰਦੇ, ਉਹਨਾਂ 'ਚ ਪੋਜ਼ਿਟਿਵ ਆਏ ਆ ਜੀ। ਈਰਾਨ ਦੇ ਵਿੱਚ ਵੀ ਕਾਫੀ ਕੇਸ ਨੇ, ਈਰਾਨ ਨੇ ਹਾਲਾਂਕਿ ਕੰਟਰੋਲ ਕਰ ਲਿਆ ਜੀ। ਬ੍ਰਾਜ਼ੀਲ ਦੇ ਵਿੱਚ ਵੀ 28,000 ਕਰੀਬ ਨੇ। ਕੈਨੇਡਾ ਦੇ 28,379 ਕੇਸ ਆ ਚੁੱਕੇ ਨੇ, 1,010 ਡੈਥ ਹੋ ਚੁੱਕੀ, 8,979 ਰਿਕਵਰ ਹੋ ਚੁੱਕੇ ਨੇ ਕੈਨੇਡਾ ਦੇ ਵਿੱਚ ਹਾਂਜੀ। ਨੀਦਰਲੈਂਡ ਨੇ, ਸਵਿਟਜ਼ਰਲੈਂਡ ਦੇ ਵਿੱਚ 26,336 ਜੀ, ਤੇ 1,239 ਡੈਥ ਹੋ ਚੁੱਕੀ ਜੀ। ਰਸ਼ੀਆ 'ਚ ਦੇਖੋ, ਰਸ਼ੀਆ ਦੇ ਵਿੱਚ ਅੱਜ 24,490 ਕੇਸ ਆਏ ਨੇ ਹੁਣ ਤੱਕ, 198 ਡੈਥ ਹੋਈ ਹੈ ਸਿਰਫ। ਠੀਕ ਹੈ ਸਰ, ਪਰ ਰਿਕਵਰੀ ਦਾ ਰਿਕਾਰਡ ਕਰਦਾ, ਰਿਕਵਰੀ ਦਾ ਵੀ ਹੈ ਨਹੀਂ ਨਾ ਉੱਥੇ, ਰਿਕਵਰੀ ਦਾ ਵੀ ਹੈ 1986 ਲੋਕ ਰਿਕਵਰ ਹੋਏ ਹੁਣ ਤੱਕ ਜੀ। ਇਹ ਦੇਖਣ ਵਾਲੀ ਚੀਜ਼ ਹੈ। ਇਸ ਤੋਂ ਬਾਅਦ ਆਸਟ੍ਰੇਲੀਆ ਜੋ ਜੀ, ਆਸਟ੍ਰੇਲੀਆ 14,000 ਨਹੀਂ, ਇਹ ਆਸਟ੍ਰੇਲੀਆ ਜੀ ਜੀ ਜੀ। ਆਸਟ੍ਰੇਲੀਆ ਦੇ ਵਿੱਚ ਜੋ 14,370 ਨੇ ਜੀ, 393 ਇੱਥੇ ਡੈਥ ਹੋ ਚੁੱਕੀਆਂ, 8,000 ਦੇ ਲੋਕ ਰਿਕਵਰ ਹੋ ਚੁੱਕੇ ਨੇ ਜੀ। ਬਾਬੇ ਜੀ ਜੇ ਗੱਲ ਕਰੀਏ ਤੁਸੀਂ ਆਪਣੇ ਪੰਜਾਬ ਦੀ, ਔਰ ਹੁਣ ਤਾਂ ਟੋਟਲ ਇੰਡੀਆ ਦੀ ਕਰਦੇ ਪਹਿਲਾਂ ਆਪਾਂ, ਇੰਡੀਆ ਦੀ ਕਰਦੇ ਜੀ ਜੀ। ਇੰਡੀਆ ਦੇ ਵਿੱਚ ਇੰਡੀਆ ਦੀ ਵੈਬਸਾਈਟ ਮੁਤਾਬਕ ਜੋ ਹੈ ਕੇਸ ਜੀ 12,754 ਕੇਸ ਨੇ ਹੁਣ ਟੋਟਲ ਕੇਸ ਜਿਹੜੇ 12,754 ਹਾਂਜੀ ਜੀ। ਤੇ ਐਕਟਿਵ ਕੇਸ ਨੇ 10,815 ਜੀ। 1500 ਵਿੱਚੋਂ 1513 ਰਿਕਵਰ ਹੋ ਚੁੱਕੇ ਨੇ, 426 ਡੈਥ ਹੋ ਚੁੱਕੀਆਂ ਜਿਹੜੇ ਟੋਟਲ ਇੰਡੀਆ ਦੇ ਵਿੱਚ 426। ਸਭ ਤੋਂ ਬੁਰਾ ਹਾਲ ਹੈ ਇਸ ਟਾਈਮ ਮਹਾਰਾਸ਼ਟਰ ਦਾ। ਮਹਾਰਾਸ਼ਟਰ ਦੇ ਵਿੱਚ ਖਾਸ ਕਰਕੇ ਬੰਬੇ ਦਾ ਜੀ 1800 ਪਲੱਸ ਕੇਸ ਕੱਲੇ ਬੰਬੇ 'ਚ ਨੇ ਜੀ। ਮਹਾਰਾਸ਼ਟਰ ਦੇ ਵਿੱਚ ਇਸ ਟਾਈਮ 3,081 ਕੇਸ ਨੇ ਆ ਚੁੱਕੇ ਨੇ ਪੋਜ਼ਿਟਿਵ ਕੇਸ ਜੋ 165 ਜੋ ਪਿਛਲੇ 24 ਘੰਟੇ 'ਚ ਆਏ ਨੇ। ਸਭ ਤੋਂ ਜ਼ਿਆਦਾ ਇੱਥੇ ਹੀ ਮੰਨ ਸਕਦੇ ਹਾਂ ਐਕਟਿਵ ਕੇਸ ਨੇ ਆਪਣੇ 2,599 ਜੀ, ਤੇ ਰਿਕਵਰ ਹੋਏ ਨੇ 295 ਤੇ 187 ਡੈਥ ਹੋ ਚੁੱਕੀ ਜੀ। ਦੂਜੇ ਨੰਬਰ ਤੇ ਦਿੱਲੀ ਹੈ ਜੀ। ਦਿੱਲੀ ਦੇ ਜ਼ਿਆਦਾ ਕੇਸ ਕਹਿੰਦੇ ਨੇ ਕਿ ਜੋ ਤਬਲੀਗੀ ਜਮਾਤ ਹੈ ਨਾ ਜੀ, ਉਹਨਾਂ ਦੇ ਕਰਕੇ ਕਾਫੀ ਕੇਸ ਆਏ ਨੇ ਹਾਂਜੀ। ਉਹਨਾਂ ਦਾ ਕਰਕੇ ਕਾਫੀ ਹੋਇਆ ਸੀਗਾ ਹਾਂਜੀ, ਵੈਸੇ ਕੰਟਰੋਲ ਹੋਣਾ ਸ਼ੁਰੂ ਵੀ ਹੋ ਗਿਆ ਹਾਂਜੀ ਜੀ। ਫਿਰ ਤਮਿਲਨਾਡੂ ਹੈ ਜੀ ਜੀ 1,242 ਕੇਸ ਨੇ ਜੀ, ਜਿਹਦੇ ਵਿੱਚੋਂ 118 ਰਿਕਵਰ ਹੋਏ ਨੇ ਤੇ 14 ਡੈਥ ਹੋ ਚੁੱਕੇ ਨੇ ਜੀ। ਰਾਜਸਥਾਨ ਆ ਰਿਹਾ ਜੀ, ਇਹ 'ਚੋਂ 1101 ਕੇਸ ਜੀ, 147 ਰਿਕਵਰ ਹੋ ਚੁੱਕੇ ਨੇ ਤੇ 11
ਡੈਥ ਹੋ ਡੈਥ ਹੋ ਚੁੱਕੀ। ਚੁੱਕੀ। ਇਹਦੇ ਵਿੱਚ ਜੀ ਗੁਜਰਾਤ ਵੀ ਹੁਣ ਕਾਫੀ ਉੱਪਰ ਜਾ ਰਿਹਾ, MP ਹੈ ਜੀ ਜੀ 980 ਕੇਸ ਆਏ ਨੇ ਹੁਣ ਤੱਕ ਜੀ। 64 ਜੋ ਨੇ ਉਹ ਰਿਕਵਰ ਹੋ ਚੁੱਕੇ ਨੇ ਜੀ ਤੇ 53 ਡੈਥ ਹੋ ਚੁੱਕੀ ਨੇ। ਇਹ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਜੀ ਮੈਂ, ਸੂਰਤ ਤੇ ਕੱਲ ਬੰਬੇ ਜੀ ਤੇ ਲੁਧਿਆਣੇ ਕੁਝ ਪ੍ਰਵਾਸੀ ਮਜ਼ਦੂਰ ਨੇ ਬਹੁਤ ਜ਼ਿਆਦਾ ਇਕੱਠੇ ਹੋ ਗਏ। ਕੋਈ ਅਫਵਾਹ ਫੈਲ ਗਈ ਕਿ ਗੱਡੀਆਂ ਚੱਲਣਗੀਆਂ ਜੀ, ਜਿਹਦੇ ਕਰਕੇ ਸਟੇਜ ਹੋਣੇ ਇਕੱਠੇ ਹੋ ਗਏ ਜੀ। ਕੱਲ ਇਹ ਹਾਂਜੀ ਕੱਲ ਦੀ ਗੱਲ ਹੈ, ਹਾਂ ਕੱਲ ਸਵੇਰ ਦੀ ਗੱਲ ਹੈ ਜੀ। ਕੱਲ ਸਵੇਰ ਦੀ ਗੱਲ ਹੈ ਜਦੋਂ ਕਿ ਉੱਥੇ ਬਹੁਤ ਜ਼ਿਆਦਾ ਜਿਹੜਾ ਇੱਕ ਇਕੱਠ ਤੇ ਉਹ ਬੰਦੇ ਨੂੰ ਆਈ ਥਿੰਕ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਜੀ। ਉਹਦਾ ਸੋਸ਼ਲ ਮੀਡੀਆ ਤੇ ਮੈਸੇਜ ਵਾਇਰਲ ਹੋ ਰਿਹਾ ਤੇ ਉਹ ਗੱਲ ਸੀ ਜੋ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਰਨਾ ਵੀ ਚਾਹੀਦਾ। ਦੇਖੋ ਕਿੰਨੀ ਸਥਿਤੀ ਮਾੜੀ ਬਣੀ। ਹੁਣ ਇੱਕ ਗੱਲ ਆ ਜੀ, ਜੇ ਤਾਂ ਬੰਬੇ ਦੇ ਵਿੱਚ ਆ ਜੀ ਤਾਂ ਸਰਕਾਰ ਨਹੀਂ ਸਾਂਭ ਰਹੀ, ਜੀ ਜੋ ਕਹਿ ਰਹੇ ਤੇ ਇੱਥੇ ਪੋਲਿਟਿਕਸ ਅਜੇ ਵੀ ਨਹੀਂ ਬੰਦ ਹੋ ਰਹੀ। ਨਹੀਂ ਮੰਨਦੇ। ਬੰਬੇ ਦੇ ਵਿੱਚ ਬੰਦੇ ਇਕੱਠੇ ਹੋ ਗਏ ਤੇ ਸਰਕਾਰ ਨਹੀਂ ਸਾਂਭ ਰਹੀ, ਰੋਟੀ ਪਾਣੀ ਨਹੀਂ ਦਿੰਦੀ ਗਈ ਜੀ। ਸੂਰਤ ਵਿੱਚ ਇਕੱਠੇ ਹੋ ਗਏ ਜੀ ਤਾਂ ਜੀ ਲੋਕ ਨਹੀਂ ਸੁਧਰਦੇ ਗਏ, ਜੀ ਲੋਕ ਨਹੀਂ ਅਟੈਕਦੇ ਗਏ, ਲੋਕ ਨਹੀਂ ਸਿਆਣੇ ਹੈਗੇ ਜੀ। ਯਾਨੀ ਕਿ ਸੋਚਣ ਦਾ ਨਜ਼ਰੀਆ ਦੇਖੋ। ਨਜ਼ਰੀਆ ਦੇਖੋ ਜੀ। ਬਿਲਕੁਲ ਕਿਤੇ ਨਾ ਕਿਤੇ ਅੱਜ ਵੀ ਜਿਹੜੀ ਹੈਗੀ ਇਸ ਸਥਿਤੀ ਦੇ ਵਿੱਚ ਵੀ ਪੋਲਿਟਿਕਸ ਜਿਹੜੀ ਹੈਗੀ ਆ ਚੱਲ ਰਹੀ ਆ। ਬਹੁਤ ਜ਼ਿਆਦਾ ਚੱਲ ਰਹੀ ਜਿਹੜਾ ਹੈ। ਹੈਗਾ ਕਿ ਇਸ ਤੋਂ ਪਰੇ ਹੋ ਕੇ ਜਿਹੜਾ ਇੱਕ ਪੋਲਿਟਿਕਸ ਤੋਂ ਪਰੇ ਹੋ ਕੇ ਇੱਕ ਸਮਾਜਿਕ ਤੌਰ ਤੇ ਇਨਸਾਨੀ ਤੌਰ ਤੇ ਕੰਮ ਕਰਨਾ ਚਾਹੀਦਾ, ਜੋ ਅੱਜ ਸਥਿਤੀ ਬਣੀ ਪਈ ਹੈ। ਤੇ ਪੰਜਾਬ ਦੇ ਵਿੱਚ ਜੀ ਅੱਜ ਆਪਾਂ ਦੇਖੀਏ ਤਾਂ ਹੁਣ ਪੰਜਾਬ ਦੇ ਵਿੱਚ ਤਕਰੀਬਨ 190 ਪਲੱਸ ਕੇਸ ਹੋ ਚੁੱਕੇ ਨੇ ਜੀ। ਤੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਐਸ ਨਗਰ ਮੋਹਾਲੀ ਜੀ 56 ਕੇਸ। ਇੱਥੋਂ ਦੇ ਜਵਾਹਰ ਸਿੰਘ ਜਵਾਹਰ ਸਿੰਘ ਹਾਂਜੀ ਉਹਦੇ ਵਿੱਚ ਜੀ ਤਕਰੀਬਨ ਆਈ ਥਿੰਕ 37 ਪਲੱਸ ਕੇਸ ਹੋ ਚੁੱਕੇ ਨੇ। ਜਵਾਹਰ ਸਿੰਘ ਦੂਜੇ ਨੰਬਰ ਤੇ ਜਲੰਧਰ 25 ਕੇਸ ਹੋ ਚੁੱਕੇ ਨੇ। ਜੀ। ਪਠਾਨਕੋਟ ਦੇ ਵਿੱਚ 22 ਕੇਸ ਨੇ ਜੀ। ਸ਼ਹੀਦ ਭਗਤ ਨਗਰ ਚ 19, ਮਾਨਸਾ ਚ 11, ਲੁਧਿਆਣਾ ਚ 11, ਅੰਮ੍ਰਿਤਸਰ ਚ 11, ਅੰਮ੍ਰਿਤਸਰ ਸ਼ਾਇਦ 2 ਕੇਸ ਵਧੇ ਨੇ। ਦੋ ਦਿਨ ਜੀ। ਹੁਸ਼ਿਆਰਪੁਰ ਦੇ ਵਿੱਚ 7 ਨੇ, ਮੋਗਾ ਚ 4 ਨੇ, ਸੰਗਰੂਰ ਚ 3 ਨੇ, ਰੂਪਨਗਰ ਚ 3 ਨੇ, ਪਟਿਆਲਾ 3, ਫਰੀਦਕੋਟ 3, ਜੀ। ਕਪੂਰਥਲਾ 2, ਫਤਿਹਗੜ੍ਹ ਸਾਹਿਬ 2, ਬਰਨਾਲਾ 2, ਸ੍ਰੀ ਮੁਕਤਸਰ ਸਾਹਿਬ 1, ਗੁਰਦਾਸਪੁਰ 1। ਜੀ। ਮਾਨਸੇ ਦੇ ਅਜੇ ਕੇਸ ਹੋਰ ਆ ਗਏ ਸੀ। ਹਾਂ ਪਹਿਲਾਂ ਉੱਥੇ ਸੀਗੇ। ਤੇ ਇੱਕ ਗੱਲ ਹੋਰ ਦੱਸੋ, 2 ਪੱਤਰਕਾਰ ਭਾਈਚਾਰੇ 2 ਲੋਕ ਨੇ ਜੋ ਦੋ ਲੋਕ ਹਿਮਾਚਲ ਗਏ ਨੇ ਜੀ। ਉਹ ਜਲੰਧਰ ਤੋਂ ਗਏ ਸੀ, ਉਹ ਵੀ ਪੋਜ਼ਿਟਿਵ ਆਏ ਜਲੰਧਰ ਦੇ ਵਿੱਚ। ਇਸੇ ਕਰਕੇ ਜਿਹੜਾ ਹੈਗਾ ਟੋਟਲ ਜਿਹੜੀ ਉੱਥੇ ਕੇਸ ਜਿਹੜਾ 20-25 ਹੋਏ ਪਏ। ਹਾਂਜੀ ਇਹ ਸਟੇਟ ਸੀ ਸਾਰੇ। ਬਾਕੀ ਜਿਵੇਂ ਬਦਲਦੇ ਆਪਾਂ ਕੱਲ ਤੁਹਾਨੂੰ ਫਿਰ ਦੱਸ ਦਾਂਗੇ ਜੀ। ਬਟ ਹੁਣ ਜੋ ਹੈ ਮੇਨ ਇਸ ਟਾਈਮ ਆਪਾਂ ਨੂੰ ਸਿਰਫ ਇੱਕ ਸੋਸ਼ਲ ਡਿਸਟੈਂਸ ਬਣਾਉਣ ਦੀ ਜ਼ਰੂਰਤ ਹੈ ਹਰ ਇੱਕ ਨਾਲ ਜੀ। ਮਨਪ੍ਰੀਤ ਜੀ ਅੱਜ ਫਿਰ ਅਸੀਂ ਗੱਲ ਕਰਾਂਗੇ ਜਿਵੇਂ ਕਿ 65 ਦੇ ਉੱਪਰ ਜਾ ਕੇ ਜਿਹੜੀ ਏਜ ਆ ਇੱਕ ਬਹੁਤ ਹੀ ਬੱਚਿਆਂ ਵਾਲਾ ਕੰਮ ਜਿਹਾ ਹੋ ਜਾਂਦਾ ਇੱਥੇ ਜਾ ਕੇ। ਬਜ਼ੁਰਗ ਆ ਉਹ ਜਦੋਂ ਕਿ ਖਬਰ ਦੇਖਦੇ ਆ, ਕੋਈ ਨਿਊਜ਼ ਦੇਖਦੇ ਆ, ਉਹ ਦਿਲ ਤੇ ਲਾਉਂਦੇ ਇੱਕ ਦੋ ਥਾਵਾਂ ਤੇ ਜਿਹੜੀ ਹੈਗੀ ਆ ਅਟੈਕ ਹੋਣ ਵਾਲੀ ਗੱਲ ਦੇ ਨਾਲ ਵੀ ਜਿਹੜੀ ਹੈਗੀ ਡੈਥ ਹੋਈਆਂ ਨੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕਿਸ ਤਰ੍ਹਾਂ ਰਹਿਣਾ ਚਾਹੀਦਾ ਉਹਨਾਂ ਨੂੰ? ਦੇਖੋ ਜੀ ਐਕਚੁਅਲੀ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜੀ। ਤਾਂ ਮੈਂ ਦੇਖ ਰਿਹਾ ਸੀ ਕਿਤੇ ਵੁਹਾਨ ਸ਼ਹਿਰ ਦੇ ਵਿੱਚ ਜੀ ਕਹਿ ਰਹੇ ਨੇ ਕਿ ਤਕਰੀਬਨ ਕੁਝ ਡਾਕਟਰ ਨੇ ਜੀ ਚੀਜ਼ ਦੀ ਮੈਨੂੰ ਦਿਮਾਗ ਚ ਆ ਰਹੀ ਕਿੰਨੇ 10 ਆ ਕੇ 12 ਫਿਰ ਡਾਕਟਰ ਨੇ ਉਹ ਡਿਪਰੈਸ਼ਨ ਚ ਚਲੇ ਗਏ ਨੇ ਜਿਨ੍ਹਾਂ ਨੇ ਕੋਰੋਨਾ ਪੀਰੀਅਡ ਮਰੀਜ਼ ਸੀ ਉਹਨਾਂ ਦਾ ਜੋ ਇਲਾਜ ਕਰਦੇ ਦੌਰਾਨ ਉਹ ਡਿਪਰੈਸ਼ਨ ਚ ਚਲੇ ਗਏ ਨੇ ਜੀ। ਕੋਈ ਵੈਕਸੀਨੇਸ਼ਨ ਨਹੀਂ ਹੈਗੀ ਜੀ। ਸੋਚਦਾ ਬੰਦਾ ਜੇ ਮੇਰੇ ਸਾਹਮਣੇ ਡੈਥ ਹੋ ਰਹੀ ਹੈ ਮੈਂ ਬਚਾ ਨਹੀਂ ਪਾ ਰਿਹਾ। ਉਹੀ ਚੀਜ਼ ਲੈ ਕੇ ਜਿਹੜਾ ਹੈਗਾ ਆਪਣੇ ਪੰਜਾਬ ਦੇ ਵਿੱਚ ਵੀ 2-3 ਡੈਥ ਜਿਹੜੀ ਅਟੈਕ ਦੇ ਕਾਰਨ ਵੀ ਹੋਈ ਸਾਹਮਣੇ ਆਈ ਜੀ। ਹਾਂਜੀ ਉਹ ਅੰਮ੍ਰਿਤਸਰ ਕੋਲ ਸੀ ਇੱਕ ਲੇਡੀਜ਼ ਤੇ ਜੈਂਟਸ ਜੋ ਇੱਕ ਆਈ ਥਿੰਕ ਅਧਿਆਪਕ ਸੀਗੇ ਪੰਜਾਬ ਦੇ ਵਿੱਚ ਜਾਂ ਆਈ ਥਿੰਕ ਪੰਜਾਬ ਦੇ ਵਿੱਚ ਦੀ ਆ ਪੰਜਾਬ ਦੇ ਅੰਮ੍ਰਿਤਸਰ ਇਲਾਕੇ ਦੇ ਸੀ ਸਰ। ਨਹੀਂ ਐਕਚੁਅਲੀ ਉਹਨਾਂ ਦੀ ਬੇਟੀ ਕੈਨੇਡਾ ਗਈ ਸੀ ਜੀ ਤੇ ਇਹ ਪਤਾ ਲੱਗਿਆ ਕਿ ਉਹਨਾਂ ਦੇ ਜੋ ਬੇਟੀ ਦੀ ਕੋਈ ਫਰੈਂਡ ਉਹਨੂੰ ਕੋਰੋਨਾ ਵਾਇਰਸ ਹੋ ਗਿਆ ਸੀ। ਉਹ ਵੈਸੇ ਟੈਨਸ਼ਨ ਲੈ ਰਹੀ ਸੀ ਕਿ ਮੈਨੂੰ ਨਾ ਹੋਇਆ ਹੋਵੇ ਕਿਤੇ ਜੀ। ਚਲੋ ਉਹਨਾਂ ਦਾ ਪ੍ਰੋਬਲਮ ਨੈਗੇਟਿਵ ਆ ਗਈ ਤੇ ਉਹਦੀ ਮਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਜੀ। ਇਹ ਵੀ ਇੱਕ ਜਿਹੜਾ ਹੈਗਾ ਟੈਨਸ਼ਨ ਲੈ ਕੇ ਉਹਨਾਂ ਨੇ ਟੈਨਸ਼ਨ ਲੈ ਕੇ ਜੀ। ਚਲੋ ਠੀਕ ਹੈ ਦਰਸ਼ਕੋ, ਅੱਜ ਦੀ ਜਿਹੜੀ ਰਿਪੋਰਟ ਸੀ ਤੁਹਾਨੂੰ ਮਨਪ੍ਰੀਤ ਜੀ ਨੇ ਵਿਸਤਾਰ ਨਾਲ ਦੱਸ ਹੀ ਦਿੱਤੀ ਹੈ। ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਅਪੀਲ ਕਰਾਂਗੇ ਸਾਡੇ ਜੋ ਦਰਸ਼ਕ ਸਾਡੇ ਨਾਲ ਜੁੜੇ ਆ ਕਿ ਸੋਸ਼ਲ ਡਿਸਟੈਂਸ ਜਿਹੜੀ ਬਹੁਤ ਹੀ ਜ਼ਰੂਰੀ ਹੈ। ਇਸ ਤੋਂ ਬਿਨਾਂ ਜਿਹੜੀ ਕੋਰੋਨਾ ਵਾਇਰਸ ਦੀ ਜਿਹੜੀ ਚੈਨ ਆ ਉਹ ਨਾ ਟੁੱਟਣ ਵਾਲੀ ਹੈ। ਜੇ ਮੰਨਿਆ ਜਾਵੇ ਕਿ ਇਹ ਸਮਾਜਿਕ ਜਿਹੜੀ ਦੂਰੀ ਹੈ ਆਪਾਂ ਨੂੰ ਬਣਾਉਣੀ ਚਾਹੀਦੀ ਹੈ। ਸਰਕਾਰ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਦਾ ਜੋ ਆਪਾਂ ਨੂੰ ਪਾਲਣ ਕਰਨਾ ਚਾਹੀਦਾ ਤਾਂ ਜੋ
ਆਪਣੇ ਜਿਹੜੇ ਹੈਗੇ ਆ ਦੇਸ਼ ਦੇ ਵਿੱਚ ਕੋਈ ਅਜਿਹੀ ਅਣਹੋਣੀ ਘਟਨਾ ਨਾ ਵਾਪਰੇ ਜਿਹਦਾ ਕਿ ਅਮਰੀਕਾ ਵਰਗੀ ਜਿਹੜੀ ਸਟੇਟ ਆ ਉਹ ਵੀ ਕਵਰ ਨਹੀਂ ਕਰ ਪਾਈ। ਤੇ ਆਪਾਂ ਤਾਂ ਫਿਰ ਬਹੁਤ ਜਿਹੜਾ ਹੈਗਾ ਪੰਜਾਬ ਦੇ ਵਿੱਚ ਤੁਸੀਂ ਜਾਣਦੇ ਹੋ ਜਾਂ ਤਾਂ ਆਪਣੇ ਦੇਸ਼ ਇੰਡੀਆ ਦੇ ਵਿੱਚ ਜਾਣਦੇ ਹੋ ਕਿੰਨੀ ਕੁ ਜਿਹੜੀ ਸਥਿਤੀ ਡਾਊਨ ਪੈ ਸਕਦੀ ਆ, ਇਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਸੋ ਦੇਖਦੇ ਰਹੋ ਸਾਡੇ ਆਉਣ ਵਾਲੀ ਨਵੀਂ ਅਪਡੇਟ ਦੇ ਨਾਲ, ਤੁਹਾਨੂੰ ਫਿਰ ਮਿਲਦੇ ਹਾਂ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।